ਹੈਲੋ ਗੁੱਡ ਮੋਰਨਿੰਗ एवरीवन। ਸਾਡਾ ਟੌਪਿਕ ਚੱਲ ਰਿਹਾ ਸੀ ਸੂਖਮ ਜੀਵ ਮਿੱਤਰ ਅਤੇ ਦੁਸ਼ਮਣ, ਮਾਈਕਰੋ ਆਰਗੈਨਿਜ਼ਮਸ ਫਰੈਂਡਸ ਐਂਡ ਫੋ। ਇਸ ਵਿੱਚ ਅਸੀਂ ਚਰਚਾ ਕਰ ਚੁੱਕੇ ਹਾਂ ਸੂਖਮ ਜੀਵਾਂ ਦੇ ਵਰਗਾਂ ਬਾਰੇ ਅਤੇ ਸੂਖਮ ਜੀਵ ਕਿੱਥੇ ਰਹਿੰਦੇ ਹਨ। ਅੱਜ ਅਸੀਂ ਡਿਸਕਸ ਕਰਾਂਗੇ ਸੂਖਮ ਜੀਵਾਂ ਨਾਲ ਹੋਣ ਵਾਲੀਆਂ ਹਾਨੀਆਂ ਅਤੇ ਲਾਭ। ਸਾਡੀ ਜ਼ਿੰਦਗੀ ਵਿੱਚ ਸੂਖਮ ਜੀਵਾਂ ਦੇ ਲਾਭ ਵੀ ਬਹੁਤ ਹਨ ਅਤੇ ਇਹਨਾਂ ਦੀਆਂ ਹਾਨੀਆਂ ਵੀ ਬਹੁਤ ਹਨ। ਇੱਕ ਇੱਕ ਕਰਕੇ ਅਸੀਂ ਇਹਨਾਂ ਨੂੰ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਸੂਖਮ ਜੀਵਾਂ ਨਾਲ ਹੋਣ ਵਾਲੇ ਲਾਭ। ਸੂਖਮ ਜੀਵਾਂ ਦੇ ਲਾਭ ਇਹ ਬਹੁਤ ਸਾਰੇ ਕੰਮਾਂ ਵਿੱਚ ਇਸਤੇਮਾਲ ਹੁੰਦੇ ਆ, ਜਿਵੇਂ ਕਿ ਦਹੀਂ ਅਤੇ ਬ੍ਰੈਡ ਬਣਾਉਣ ਵਿੱਚ, ਸ਼ਰਾਬ ਬਣਾਉਣ ਵਿੱਚ, ਪ੍ਰੈਤੀ ਜੈਵਿਕ ਦਵਾਈਆਂ ਬਣਾਉਣ ਵਿੱਚ, ਟੀਕੇ ਬਣਾਉਣ ਵਿੱਚ, ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ, ਵਾਤਾਵਰਣ ਦੀ ਸਫਾਈ। ਇੱਕ ਇੱਕ ਕਰਕੇ ਅਸੀਂ ਇਹਨਾਂ ਨੂੰ ਡਿਸਕਸ ਕਰਦੇ ਹਾਂ। ਹੁਣ ਸਭ ਤੋਂ ਪਹਿਲਾਂ ਗੱਲ ਆ ਦਹੀਂ ਅਤੇ ਬ੍ਰੈਡ ਬਣਾਉਣ ਵਿੱਚ। ਦਹੀਂ ਵਿੱਚ ਇੱਕ ਜੀਵਾਣੂ ਹੁੰਦਾ ਹੈ ਜਿਸ ਦਾ ਨਾਮ ਹੁੰਦਾ ਹੈ ਲੈਕਟੋਬੈਸਿਲਸ ਜੀਵਾਣੂ, ਲੈਕਟੋਬੈਸਿਲਸ ਬੈਕਟੀਰੀਆ। ਜਦੋਂ ਅਸੀਂ ਦਹੀਂ ਬਣਾਉਣਾ ਹੁੰਦਾ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਜਾਗ ਲਾਉਂਦੇ ਹਾਂ, ਦੁੱਧ ਨੂੰ ਜਾਗ ਲਾਉਂਦੇ ਹਾਂ। ਅਸੀਂ ਥੋੜ੍ਹਾ ਜਿਹਾ ਦਹੀਂ ਕੱਢ ਕੇ ਅਸੀਂ ਦੁੱਧ ਵਿੱਚ ਸਿੱਟ ਦਿੰਦੇ ਹਾਂ ਉਹਨੂੰ, ਠੀਕ ਹੈ, ਥੋੜ੍ਹਾ 1 ਚਮਚ ਸਿੱਟ ਦਿੰਦੇ ਹਾਂ ਦੁੱਧ ਵਿੱਚ। ਉਸ ਦੇ ਨਾਲ ਕੀ ਹੁੰਦਾ ਆ, ਜਿਹੜੇ ਆ ਲੈਕਟੋਬੈਸਿਲਸ ਜੀਵਾਣੂ ਹੁੰਦੇ ਆ ਉੱਥੇ ਗਰੋ ਕਰਨ ਲੱਗ ਪੈਂਦੇ, ਉੱਥੇ ਵਧਣ ਲੱਗ ਪੈਂਦੇ ਆ। ਉਹਦੇ ਕਰਕੇ ਜਿਹੜਾ ਪੂਰਾ ਦੁੱਧ ਆ ਉਹ ਸਾਡਾ ਬਦਲ ਜਾਂਦਾ ਦਹੀਂ ਦੇ ਵਿੱਚ। ਇਸ ਤਰ੍ਹਾਂ ਅਸੀਂ ਦਹੀਂ ਜਮਾ ਸਕਦੇ ਹਾਂ। ਅਗਲਾ ਆਇਆ ਸਾਡਾ ਬ੍ਰੈਡ ਬਣਾਉਣ ਵਿੱਚ। ਹੁਣ ਬ੍ਰੈਡ ਕਿਸ ਤਰ੍ਹਾਂ ਬਣਦਾ, ਥੋੜ੍ਹਾ ਜਿਹਾ ਅਸੀਂ ਆਟਾ ਲਵਾਂਗੇ, ਆਟੇ ਦੇ ਵਿੱਚ ਥੋੜ੍ਹਾ ਜਿਹਾ ਖਮੀਰ ਪਾਵਾਂਗੇ। ਖਮੀਰ ਵੀ ਇੱਕ ਮਾਈਕਰੋ ਆਰਗੈਨਿਜ਼ਮ ਹੀ ਹੈ, ਸੂਖਮ ਜੀਵ ਹੈ। ਇਹ ਆਮ ਦੁਕਾਨਾਂ ਤੋਂ ਨਾਰਮਲੀ ਮਿਲ ਜਾਂਦਾ ਖਮੀਰ। ਆਟੇ ਵਿੱਚ ਅਸੀਂ ਖਮੀਰ ਪਾਵਾਂਗੇ ਅਤੇ ਥੋੜ੍ਹਾ ਜਿਹਾ ਪਾਣੀ ਪਾਵਾਂਗੇ। ਜਦੋਂ ਉਹ ਕਿਰਿਆ ਕਰਨਗੇ ਤਿੰਨੇ ਹੀ, ਤਾਂ ਜਿਹੜਾ ਖਮੀਰ ਆ, ਖਮੀਰ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਜੀਸਟ ਕਹਿੰਦੇ ਆ, ਉਹ ਆਪਣਾ ਵਾਧਾ ਕਰਨਾ ਸਟਾਰਟ ਕਰਨ ਲੱਗ ਪੈਂਦੀ ਹੈ। ਜਿੱਦਾਂ ਹੀ ਵਾਧਾ ਸਟਾਰਟ ਹੁੰਦਾ ਹੈ ਉਹਦਾ, ਅਤੇ ਉੱਥੇ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ, ਜਿਹਦੇ ਕਰਕੇ ਜਿਹੜਾ ਸਾਡਾ ਆਟਾ ਥੋੜ੍ਹਾ ਫੁੱਲਮਾ ਜਿਹਾ ਸ਼ੋ ਹੁੰਦਾ, ਫੁੱਲਮਾ ਜਿਹਾ ਲੱਗਦਾ ਸਾਨੂੰ, ਉਹ ਕਾਰਬਨ ਡਾਈਆਕਸਾਈਡ ਗੈਸ ਦੇ ਕਾਰਨ ਹੁੰਦਾ। ਉਹ ਜਦੋਂ ਆਟਾ ਥੋੜ੍ਹਾ ਫੁੱਲ ਜਾਂਦਾ ਉਹ ਬ੍ਰੈਡ ਦਾ ਰੂਪ ਲੈ ਲੈਂਦਾ। ਇਸ ਤਰ੍ਹਾਂ ਦਹੀਂ ਅਤੇ ਬ੍ਰੈਡ ਬਣਾਉਣ ਵਿੱਚ ਇਹਨਾਂ ਦਾ ਬਹੁਤ ਮਹੱਤਵਪੂਰਨ ਹੈ ਸੂਖਮ ਜੀਵਾਂ ਦਾ। ਅਗਲਾ ਹੈ ਇਸ ਦਾ ਵਪਾਰਕ ਖੇਤਰਾਂ ਵਿੱਚ, ਜਿਵੇਂ ਸ਼ਰਾਬ ਬਣਾਉਣ ਵਿੱਚ। ਹੁਣ ਸ਼ਰਾਬ ਕਿਸ ਤਰ੍ਹਾਂ ਬਣਦੀ ਹੈ, ਇਹ ਇੱਕ ਪ੍ਰਕਿਰਿਆ ਦੁਆਰਾ ਬਣਦੀ ਹੈ ਜਿਸ ਨੂੰ ਕਹਿੰਦੇ ਅਸੀਂ ਖਮੀਰਨ। ਖਮੀਰਨ ਕਿਰਿਆ ਨੂੰ ਕਹਿੰਦੇ ਅਸੀਂ ਫਰਮੈਂਟੇਸ਼ਨ ਅੰਗਰੇਜ਼ੀ ਭਾਸ਼ਾ ਵਿੱਚ। ਹੁਣ ਇਹ ਹੁੰਦੀ ਕੀ ਹੈ, ਜਦੋਂ ਖੰਡ ਨੂੰ ਅਸੀਂ ਸੂਖਮ ਜੀਵਾਂ ਦੀ ਸਹਾਇਤਾ ਨਾਲ ਅਲਕੋਹਲ ਵਿੱਚ, ਸ਼ਰਾਬ ਵਿੱਚ ਬਦਲ ਦਈਏ, ਉਸ ਪ੍ਰਕਿਰਿਆ ਨੂੰ ਕਹਿੰਦੇ ਅਸੀਂ ਖਮੀਰਨ ਕਿਰਿਆ। ਇਹ ਹੁੰਦੀ ਕਿਸ ਤਰ੍ਹਾਂ ਆ, ਥੋੜ੍ਹੇ ਜਿਹੇ ਅਸੀਂ ਜੋ ਵੀ ਆ, ਜਿਸ ਤਰ੍ਹਾਂ ਹੋ ਗਏ ਸਾਡੇ ਫਲ ਫਰੂਟ, ਉਹਨਾਂ ਵਿੱਚ ਹੁੰਦੀ ਆ ਖੰਡ। ਫਲ ਫਰੂਟ ਵਾਲੀ ਸ਼ਰਾਬ ਵੀ ਸੁਣੀ ਹੈ ਅਸੀਂ, ਹੋਰ ਵੀ ਕਈ ਤਰ੍ਹਾਂ ਦੀ ਗੁੜ ਵਾਲੀ ਸ਼ਰਾਬ ਵੀ ਸੁਣੀ ਆ। ਉਹਨਾਂ ਵਿੱਚ ਅਸੀਂ ਥੋੜ੍ਹਾ ਜਿਹਾ ਖਮੀਰ ਪਾ ਦਿੰਦੇ ਹਾਂ। ਉਹਦੇ ਨਾਲ ਕੀ ਹੁੰਦਾ, ਉਹ ਖਮੀਰ ਜਿਹੜੀ ਉਹਨਾਂ ਵਿੱਚ ਖੰਡ ਹੁੰਦੀ ਆ ਉਹਨੂੰ ਸ਼ਰਾਬ ਵਿੱਚ ਬਦਲ ਦਿੰਦਾ। ਇਸ ਕਿਰਿਆ ਨੂੰ ਅਸੀਂ ਕਹਿੰਦੇ ਹਾਂ ਖਮੀਰਨ ਕਿਰਿਆ। ਜਦੋਂ ਖੰਡ, ਉਹ ਪ੍ਰਕਿਰਿਆ ਜਿਸ ਦੁਆਰਾ ਖੰਡ ਨੂੰ ਅਸੀਂ ਅਲਕੋਹਲ ਵਿੱਚ ਬਦਲ ਦਈਏ ਜਾਂ ਸ਼ਰਾਬ ਵਿੱਚ ਬਦਲ ਦਈਏ, ਉਸ ਨੂੰ ਕਹਿੰਦੇ ਹਾਂ ਅਸੀਂ ਖਮੀਰਨ ਕਿਰਿਆ। The process of conversion of sugar into alcohol is called fermentation। ਖਮੀਰਨ ਫਰਮੈਂਟੇਸ਼ਨ ਕਿਰਿਆ ਇਹ ਹੈ। ਸਭ ਤੋਂ ਪਹਿਲਾਂ ਇਸ ਦੀ ਖੋਜ ਕੀਤੀ ਸੀ ਲੂਇਸ ਪਾਸਟਰ ਨੇ 1857 ਵਿੱਚ ਖਮੀਰਨ ਕਿਰਿਆ ਦੀ। ਇਹਦਾ ਵਪਾਰਕ ਖੇਤਰ ਵਿੱਚ ਬਹੁਤ ਹੀ ਮਹੱਤਵ ਹੈ। ਇਸ ਦੇ ਨਾਲ ਦੇਸ਼ ਦੀ ਇਕੋਨਮੀ ਵੀ ਰਾਈਜ਼ ਹੁੰਦੀ ਹੈ, ਪਰ ਇਸ ਦਾ ਇੱਕ ਨੁਕਸਾਨ ਇਹ ਹੈ ਕਿ ਐਲਕੋਹਲ ਇਜ਼ ਇੰਜੂਰੀਅਸ ਟੂ ਹੈਲਥ। ਕਾਫੀ ਸਾਰੇ ਨੁਕਸਾਨ ਵੀ ਹੁੰਦੇ ਆ। ਵਪਾਰਕ ਖੇਤਰ ਵਿੱਚ ਤਾਂ ਠੀਕ ਆ, ਵਪਾਰੀਆਂ ਲਈ ਤਾਂ ਬਹੁਤ ਵਧੀਆ, ਪਰ ਜਿਹੜਾ ਇਹਦੀ ਕੰਜ਼ੰਪਸ਼ਨ ਕਰਦਾ ਉਹ ਮਾੜੀ ਵੀ ਹੈ। ਓਕੇ, ਅਗਲਾ ਸਾਡਾ ਟੌਪਿਕ ਹੈ ਪ੍ਰੈਤੀ ਜੈਵਿਕ ਦਵਾਈਆਂ ਬਣਾਉਣ ਵਿੱਚ, ਫਾਰਮੇਸ਼ਨ ਆਫ ਐਂਟੀਬਾਡੀਜ਼, ਐਂਟੀਬਾਇਓਟਿਕਸ।
ਪ੍ਰੈਤੀਜੈਵਿਕ ਦਵਾਈਆਂ ਨੂੰ ਕਹਿੰਦੇ ਅਸੀਂ ਐਂਟੀਬਾਇਓਟਿਕਸ। ਹੁਣ ਅਸੀਂ ਪ੍ਰੈਤੀਜੈਵਿਕ ਦਵਾਈਆਂ ਦੀ ਗੱਲ ਕਰਦੇ ਹਾਂ। ਪ੍ਰੈਤੀਜੈਵਿਕ ਦਵਾਈਆਂ ਹੁੰਦੀਆਂ ਕੀ ਹੈ? ਪ੍ਰੈਤੀਜੈਵਿਕ ਦਵਾਈਆਂ ਉਹ ਹੁੰਦੀਆਂ ਹਨ ਜੋ ਸਾਡੇ ਸਰੀਰ ਵਿੱਚ ਸੂਖਮ ਜੀਵਾਂ ਨੂੰ ਨਸ਼ਟ ਕਰਦੀਆਂ ਹਨ। ਇਹ ਦਵਾਈਆਂ ਉੱਲੀਆਂ ਅਤੇ ਜੀਵਾਣੂਆਂ ਤੋਂ ਬਣਦੀਆਂ ਹਨ। ਇਹ ਦੋ ਸਾਡੇ ਸੂਖਮ ਜੀਵ ਆ ਜਿਨ੍ਹਾਂ ਤੋਂ ਜਿਹੜੀਆਂ ਸਾਡੀਆਂ ਪ੍ਰੈਤੀਜੈਵਿਕ ਦਵਾਈਆਂ ਤਿਆਰ ਹੁੰਦੀਆਂ ਹਨ। ਕੁਝ ਪ੍ਰੈਤੀਜੈਵਿਕ ਦਵਾਈਆਂ ਦੇ ਮੈਂ ਨਾਮ ਦੱਸ ਦਿੰਦਾ ਆ। ਉਹ ਹੈਗੇ ਆ ਸਟ੍ਰੈਪਟੋਮਾਈਸਿਨ, ਟੈਟਰਾਮਾਈਸਿਨ, ਅਰੀਥਰੋਮਾਈਸਿਨ। ਇਹ ਕੁਝ ਪ੍ਰੈਤੀਜੈਵਿਕ ਦਵਾਈਆਂ ਹਨ ਜੋ ਸਾਡੇ ਸਰੀਰ ਵਿੱਚ ਸੂਖਮ ਜੀਵਾਂ ਨੂੰ ਨਸ਼ਟ ਕਰਦੀਆਂ ਹਨ। ਇਹ ਤਿਆਰ ਵੀ ਸੂਖਮ ਜੀਵਾਂ ਤੋਂ ਆਉਂਦੀਆਂ ਹਨ। ਕਿਹੜੇ ਦੋ ਪ੍ਰਕਾਰ ਦੇ ਸੂਖਮ ਜੀਵ ਹਨ? ਇੱਕ ਹਨ ਸਾਡੇ ਬੈਕਟੀਰੀਆ, ਦੂਸਰੀ ਹੈਗੀ ਫੰਜਾਈ, ਜੀਵਾਣੂ ਅਤੇ ਉੱਲੀਆਂ। ਇਹਨਾਂ ਦੋਨਾਂ ਤੋਂ ਤਿਆਰ ਹੁੰਦੀਆਂ ਹਨ। ਹੁਣ ਪੇਪਰ ਵਿੱਚ ਕੁਐਸਚਨ ਆਉਂਦਾ ਹੈ ਪ੍ਰੈਤੀਜੈਵਿਕ ਦਵਾਈਆਂ ਕੀ ਹਨ? ਤੇ ਦੂਸਰਾ ਕੁਐਸਚਨ ਇਹਦੇ ਅੰਗਰੇਜ਼ੀ ਭਾਸ਼ਾ ਦੀ ਗੱਲ ਕਰੀਏ ਤੇ ਇਸ ਨੂੰ ਪੁੱਛਦੇ ਆ ਵਾਟ ਆਰ ਐਂਟੀਬਾਇਓਟਿਕਸ, ਵਟ ਪ੍ਰੀਕਾਸ਼ਨਸ ਮਸਟ ਬੀ ਟੇਕਨ ਵਾਈਲ ਟੇਕਿੰਗ ਐਂਟੀਬਾਇਓਟਿਕਸ। ਸਾਨੂੰ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਪ੍ਰੈਤੀਜੈਵਿਕ ਦਵਾਈਆਂ ਲੈਣ ਵੇਲੇ? ਹੁਣ ਪ੍ਰੈਤੀਜੈਵਿਕ ਦਵਾਈਆਂ ਦੀ ਜੇ ਗੱਲ ਕਰੀਏ, ਜਿਹੜੀਆਂ ਦਵਾਈਆਂ ਸਾਡੇ ਸਰੀਰ ਵਿੱਚ ਸੂਖਮ ਜੀਵਾਂ ਨੂੰ ਨਸ਼ਟ ਕਰਦੀਆਂ ਹਨ ਉਹਨਾਂ ਨੂੰ ਕਹਿੰਦੇ ਹਾਂ ਅਸੀਂ ਪ੍ਰੈਤੀਜੈਵਿਕ ਦਵਾਈਆਂ। The medicines which kill microorganisms in the body are called antibiotics. What precautions must be taken? Precautions ਸਾਵਧਾਨੀਆਂ ਕੀ ਹੁੰਦੀਆਂ ਹਨ ਇਹਨਾਂ ਨੂੰ ਲੈਣ ਵੇਲੇ? ਇੱਕ ਤਾਂ ਸਾਵਧਾਨੀ ਇਹ ਆ ਕਿ ਇਹ ਦਵਾਈਆਂ ਹਮੇਸ਼ਾ ਸਾਨੂੰ ਡਾਕਟਰ ਦੀ ਸਲਾਹ ਦੇ ਨਾਲ ਹੀ ਲੈਣੀਆਂ ਚਾਹੀਦੀਆਂ ਹਨ। It must be taken while when doctor advise you. Only on the advice of doctor it must be taken. ਦੂਸਰਾ ਹੈਗਾ ਇਸ ਦਾ ਕੋਰਸ ਸਾਨੂੰ ਕੰਪਲੀਟ ਕਰਨਾ ਚਾਹੀਦਾ ਹੈ। The course of these medicines must be completed as prescribed by the doctor. ਤੀਸਰਾ ਹੈਗਾ ਸਾਨੂੰ ਇਸ ਦੀ ਕਦੇ ਵੀ ਓਵਰਡੋਜ਼ ਨਹੀਂ ਲੈਣੀ ਚਾਹੀਦੀ। Overdosed must be prohibited. ਇਹ ਸਾਨੂੰ ਕੁਝ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਡਾਕਟਰ ਦੀ ਸਲਾਹ ਲੈਣੀ ਚਾਹੀਦੀਆਂ ਹਨ। ਇਸ ਦੀ ਕਦੀ ਵੀ ਓਵਰਡੋਜ਼ ਨਹੀਂ ਲੈਣੀ ਚਾਹੀਦੀ। ਸਾਨੂੰ ਦਵਾਈਆਂ ਦਾ ਕੋਰਸ ਪੂਰਾ ਕਰਨਾ ਚਾਹੀਦਾ। ਜੇ ਮੰਨ ਲਓ ਅਸੀਂ ਕਦੀ ਵੀ ਇਸ ਦਵਾਈ ਦਾ ਓਵਰਡੋਜ਼ ਲੈ ਲਈਏ, ਇਹ ਸਾਡੇ ਅੰਦਰ ਜਿਹੜੇ ਲਾਭਦਾਇਕ ਜੀਵਾਣੂ ਵੀ ਹੁੰਦੇ ਹਨ ਉਹਨਾਂ ਨੂੰ ਵੀ ਨਸ਼ਟ ਕਰ ਦਿੰਦੀ ਹੈ। ਇਸ ਕਰਕੇ ਸਾਨੂੰ ਇਸ ਦੀ ਕਦੀ ਵੀ ਓਵਰਡੋਜ਼ ਨਹੀਂ ਲੈਣੀ ਚਾਹੀਦੀ। ਅਗਲਾ ਹੈਗਾ ਸਾਡਾ ਟੀਕਾ ਬਣਾਉਣ ਵਿੱਚ, ਵੈਕਸੀਨ ਬਣਾਉਣ ਵਿੱਚ। ਅੱਜ ਕੱਲ੍ਹ ਸਾਡਾ ਚੱਲ ਰਿਹਾ ਕਿ ਕਰੋਨਾ ਵਾਇਰਸ ਦੀ ਵੈਕਸੀਨੇਸ਼ਨ ਹੋ ਰਹੀ ਹੈ। ਹੁਣ ਵੈਕਸੀਨੇਸ਼ਨ ਹੁੰਦੀ ਕੀ ਹੈ ਇਸ ਬਾਰੇ ਅਸੀਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇੱਕ ਗੱਲ ਕਰਾਂਗੇ। ਹੁਣ ਅਸੀਂ ਰੋਜ਼ ਬਹੁਤ ਸਾਰੀਆਂ ਚੀਜ਼ਾਂ ਖਾਂਦੇ ਹਾਂ, ਭੋਜਨ ਖਾਂਦੇ ਹਾਂ, ਪਾਣੀ ਪੀਂਦੇ ਹਾਂ, ਹਵਾ ਅੰਦਰ ਲੈ ਕੇ ਜਾਂਦੇ ਹਾਂ। ਉਹਦੇ ਨਾਲ ਕੀ ਹੁੰਦਾ, ਕਦੀ ਕਦੀ ਸਾਡੇ ਸਰੀਰ ਦੇ ਅੰਦਰ ਹਾਨੀਕਾਰਕ ਜੀਵਾਣੂ ਵੀ ਚਲੇ ਜਾਂਦੇ ਹਨ। ਉਹ ਜਿਸ ਤਰ੍ਹਾਂ ਹੀ ਹਾਨੀਕਾਰਕ ਜੀਵਾਣੂ ਅੰਦਰ ਜਾਂਦੇ ਹਨ ਸਾਡੇ ਸਰੀਰ ਵਿੱਚ ਐਂਟੀਬਾਡੀਜ਼ ਬਣਨੀਆਂ ਸਟਾਰਟ ਹੋਣ ਲੱਗ ਪੈਂਦੀਆਂ ਜਿਹੜੀਆਂ ਕਿ ਉਹ ਜੀਵਾਣੂਆਂ ਨੂੰ ਖਤਮ ਕਰਦੀਆਂ ਹਨ। ਹੁਣ ਇੱਕ ਮਨੋਵਿਗਿਆਨਿਕ ਹੀ ਹੋ ਜਾਂਦਾ ਇਹ, ਜਦੋਂ ਸਾਡੇ ਸਰੀਰ ਵਿੱਚ ਉਸ ਤਰ੍ਹਾਂ ਦਾ ਕੋਈ ਹਾਨੀਕਾਰਕ ਜੀਵਾਣੂ ਆਊਗਾ ਤੇ ਉਹ ਜਿਹੜੇ ਆ ਸਾਡੇ ਸਰੀਰ ਵਿੱਚ ਐਂਟੀਬਾਡੀਜ਼ ਨੇ ਆਣ ਕੇ ਉਹਨੂੰ ਡਿਸਟਰੋਏ ਕਰ ਦੇਣਾ ਜਾਂ ਮਾਰ ਦੇਣਾ ਉਹਨੂੰ। ਹੁਣ ਇਸੇ ਤਰ੍ਹਾਂ ਟੀਕਾ ਸਾਡਾ ਕੰਮ ਕਰਦਾ ਹੈ। ਹੁਣ ਟੀਕਾ ਇਸ ਤਰ੍ਹਾਂ ਕੰਮ ਕਰਦਾ ਆ, ਜਿੱਦਾਂ ਹੀ ਟੀਕੇ ਵਿੱਚ ਮੇਨਲੀ ਜਿਹੜੇ ਹੁੰਦੇ ਆ ਡੈਡ ਮਾਈਕਰੋ ਆਰਗੇਨਿਜ਼ਮ, ਮਰੇ ਹੋਏ ਮਾਈਕਰੋ ਆਰਗੇਨਿਜ਼ਮ, ਜਿੱਦਾਂ ਹੀ ਉਹ ਸਾਡੇ ਸਰੀਰ ਵਿੱਚ ਦਾਖਲ ਹੁੰਦੇ ਆ ਤੇ ਸਾਡੇ ਸਰੀਰ ਦੇ ਐਂਟੀਬਾਡੀਜ਼ ਨੂੰ ਇੱਦਾਂ ਲੱਗਦਾ ਕਿ ਹਾਰਮਫੁਲ ਚੀਜ਼ ਹੈ, ਇਹਨੂੰ ਮਾਰਨਾ ਹੈ। ਜਿੱਦਾਂ ਹੀ ਉਹ ਦਾਖਲ ਕਰਦੇ ਆ ਤੇ ਉਹ ਕੀ ਕਰ ਦਿੰਦੇ ਆ, ਉਹ ਜਿਹੜੇ ਮਰੇ ਹੋਏ ਜੀਵਾਂ ਤੇ ਅਟੈਕ ਕਰਦੇ ਆ। ਉਹਦੇ ਨਾਲ ਕੀ ਹੁੰਦਾ, ਜਿਹੜੇ ਸਾਡੇ ਸਰੀਰ ਵਿੱਚ ਜੀਵਿਤ ਬੈਕਟੀਰੀਆ ਵੀ ਹੁੰਦੇ ਆ ਉਹਨਾਂ ਨੂੰ ਵੀ ਖਤਮ ਕਰ ਦਿੰਦੇ ਆ। ਇਸ ਨਾਲ ਅਸੀਂ ਟੀਕੇ ਤੋਂ ਜਿਹੜੇ ਸੂਖਮ ਜੀਵਾਂ ਦੇ ਪ੍ਰਭਾਵ ਤੋਂ ਬਚ ਸਕਦੇ ਹਾਂ। ਹੁਣ ਸਾਇੰਟਿਸਟ ਦਾ ਇੱਕ ਨਾਮ ਸੀਗਾ ਅਲੈਗਜ਼ੈਂਡਰ ਫਲੇਮਿੰਗ।
ਉਹ ਹਾਰਮਫੁਲ ਬੈਕਟੀਰੀਆਸ ਤੇ ਹਾਨੀਕਾਰਕ ਬੈਕਟੀਰੀਆ ਤੇ ਕੰਮ ਕਰ ਰਹੇ ਸੀਗੇ। ਉਹਨਾਂ ਨੇ ਦੇਖਿਆ ਕਿ ਕੁਝ ਉੱਲੀਆਂ ਜੀਵਾਣੂਆਂ ਨੂੰ ਮਾਰ ਰਹੀਆਂ ਸਨ। ਫਿਰ ਉਸ ਤੋਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਕੁਝ ਉੱਲੀਆਂ ਜਿਹੜੇ ਹਾਰਮਫੁਲ ਜੀਵਾਣੂ ਆ, ਜਿਹੜੇ ਸਾਡੇ ਸਰੀਰ ਵਿੱਚ ਹਾਨੀਕਾਰਕ ਜੀਵਾਣੂ ਆ, ਉਹਨਾਂ ਨੂੰ ਵੀ ਖਤਮ ਕਰ ਸਕਦੀਆਂ ਹਨ। ਫਿਰ ਉੱਥੇ ਉਹਨਾਂ ਨੇ ਖੋਜ ਕੀਤੀ ਪੈਨਸਲਿਨ ਦੀ। ਕਿ ਇਹਨਾਂ ਨੇ ਖੋਜ ਕੀਤੀ, ਸਰ ਅਲੈਗਜ਼ੈਂਡਰ ਫਲੇਮਿੰਗ ਨੇ ਪੈਨਸਲਿਨ ਦੀ ਖੋਜ ਕੀਤੀ। ਇਹ ਦਵਾਈ ਜਿਹੜੀ ਆ ਸਾਡੇ ਸਰੀਰ ਵਿੱਚ ਹਾਨੀਕਾਰਕ ਜੀਵਾਣੂਆਂ ਨੂੰ ਨਸ਼ਟ ਕਰਦੀ ਹੈ। ਇਸ ਦਾ ਮੇਨ ਕੰਮ ਇਹ ਬੜਾ ਹੈ। ਅਗਲਾ ਹੈ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣਾ। ਹੁਣ ਜਿਹੜੇ ਸਾਡੇ ਸੂਖਮ ਜੀਵ ਆ, ਇਹ ਮਿੱਟੀ ਦੀ ਉਪਜਾਊ ਸ਼ਕਤੀ ਵੀ ਵਧਾਉਂਦੇ ਹਨ। ਹੁਣ ਸਾਡੀ ਚਰਚਾ ਚੱਲ ਰਹੀ ਸੀ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਸੂਖਮ ਜੀਵ ਕਿਸ ਤਰ੍ਹਾਂ ਆਪਣੀ ਭੂਮਿਕਾ ਨਿਭਾਉਂਦੇ ਹਨ। ਕੁਝ ਫਲੀਦਾਰ ਪੌਦਿਆਂ ਦੇ ਅੰਦਰ ਅਤੇ ਕੁਝ ਹੋਰ ਪੌਦਿਆਂ ਦੇ ਜੜ੍ਹਾਂ ਦੇ ਅੰਦਰ ਰਾਈਜ਼ੋਬੀਅਮ ਜੀਵਾਣੂ, ਨੀਲੀ ਹਰੀ ਕਾਈ ਵਰਗੇ ਸੂਖਮ ਜੀਵ ਪਾਏ ਜਾਂਦੇ ਹਨ। ਇਹ ਜੜ੍ਹਾਂ ਦੇ ਅੰਦਰ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ। ਵੈਸੇ ਤਾਂ ਪੌਦੇ ਜਿਹੜੀ ਵਾਤਾਵਰਣ ਦੀ ਨਾਈਟ੍ਰੋਜਨ ਸਿੱਧੇ ਤੌਰ ਤੇ ਨਹੀਂ ਲੈ ਸਕਦੇ, ਹੈਗੀ ਤਾਂ 78% ਸਾਡੇ ਵਾਤਾਵਰਣ ਵਿੱਚ ਨਾਈਟ੍ਰੋਜਨ ਆ। ਹੁਣ ਪੌਦੇ ਇਸ ਨੂੰ ਡਾਇਰੈਕਟਲੀ ਸਿੱਧੇ ਤੌਰ ਤੇ ਨਹੀਂ ਲੈ ਕੇ ਜਾ ਸਕਦੇ ਨਾਈਟ੍ਰੋਜਨ। ਹੁਣ ਨਾਈਟ੍ਰੋਜਨ ਦਾ ਕੰਮ ਕੀ ਆ? ਪੌਦੇ ਦੇ ਅੰਦਰ ਪ੍ਰੋਟੀਨ ਨੂੰ ਸੰਸ਼ਲਿਸ਼ਟ ਕਰਨਾ, ਜਿਹਦੇ ਕਰਕੇ ਪੌਦੇ ਦਾ ਵਾਧਾ ਹੁੰਦਾ ਹੈ। ਉਹ ਕਿਸ ਤਰ੍ਹਾਂ ਮਿਲਦੇ ਹਨ? ਨਾਈਟ੍ਰੋਜਨ ਕਿਸ ਤਰ੍ਹਾਂ ਮਿਲਦੀ ਹੈ? ਮਿੱਟੀ ਦੇ ਰਾਹੀਂ। ਹੁਣ ਰਾਈਜ਼ੋਬੀਅਮ ਜੀਵਾਣੂ ਜਿਹੜੇ ਹੁੰਦੇ ਆ, ਉਹ ਕੀ ਕਰਦੇ ਆ? ਵਾਤਾਵਰਣ ਦੀ ਨਾਈਟ੍ਰੋਜਨ ਨੂੰ ਕੁਝ ਜ਼ਰੂਰੀ ਨਾਈਟ੍ਰੋਜਨੀ ਪਦਾਰਥਾਂ ਵਿੱਚ ਬਦਲ ਕੇ ਮਿੱਟੀ ਵਿੱਚ ਰਲਾ ਦਿੰਦੇ ਹਨ। ਹੁਣ ਜਦੋਂ ਵਰਖਾ ਹੁੰਦੀ ਜਾਂ ਪੌਦੇ ਨੂੰ ਅਸੀਂ ਪਾਣੀ ਪਾਉਂਦੇ ਨਮੀ ਦੇ ਰਾਹੀਂ, ਉਹ ਪੋਸ਼ਕ ਤੱਤ ਜਿਹੜੇ ਨਾਈਟ੍ਰੋਜਨੀ ਪਦਾਰਥ ਆ, ਉਹ ਪੌਦਿਆਂ ਨੂੰ ਮਿਲ ਜਾਂਦੇ ਆ। ਇਸ ਤਰ੍ਹਾਂ ਜਿਹੜੇ ਰਾਈਜ਼ੋਬੀਅਮ ਜੀਵਾਣੂ ਜਾਂ ਨੀਲੀ ਹਰੀ ਇਕਾਈ, ਇਹ ਪੌਦਿਆਂ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ। ਅਗਲੀ ਗੱਲ ਹੈ ਸਾਡੀ ਵਾਤਾਵਰਣ ਦੀ ਸਫਾਈ। ਅਸੀਂ ਜਦੋਂ ਕਦੀ ਕਿਸੇ ਗਲੀ ਵਿੱਚੋਂ ਕਿਤੇ ਸੜਕ ਦੇ ਉੱਪਰੋਂ ਨਿਕਲਦੇ ਹਾਂ ਤਾਂ ਸਾਨੂੰ ਕਦੀ ਬਦਬੂ ਵੀ ਆਉਂਦੀ ਹੈ, ਗੰਦਾ ਵੀ ਲੱਗਦਾ ਆ। ਬਹੁਤ ਸਾਰਾ ਕੂੜਾ ਕਚਰਾ ਇੱਦਾਂ ਦਾ ਪਿਆ ਹੁੰਦਾ ਆ, ਉਹਦੇ ਕਰਕੇ ਬਦਬੂ ਆਉਂਦੀ ਸਾਨੂੰ। ਸਹੀ ਵੀ ਨਹੀਂ ਲੱਗਦਾ ਹੈਗਾ, ਆਲੇ ਦੁਆਲੇ ਗੰਦਾ ਭੱਦਾ ਲੱਗਦਾ ਪਿਆ। ਹੁਣ ਅਚਾਨਕ ਕੀ ਹੁੰਦਾ, ਕੁਝ ਦਿਨਾਂ ਬਾਅਦ ਉਹ ਸਾਰੀ ਬਦਬੂ ਵੀ ਖਤਮ ਹੋ ਜਾਂਦੀ ਹੈ, ਕੂੜਾ ਕਚਰਾ ਵੀ ਖਤਮ ਹੋ ਜਾਂਦਾ ਹੈ। ਉਸ ਦਾ ਮੇਨ ਕਾਰਨ ਹੈ ਖਤਮ ਹੋਣੇ ਦਾ ਸੂਖਮ ਜੀਵ। ਸੂਖਮ ਜੀਵ ਕੀ ਕਰਦੇ ਆ? ਉਹਨਾਂ ਨੂੰ ਉਸ ਜਿਹੜੇ ਕੂੜਾ ਕਚਰਾ ਆ, ਉਸ ਨੂੰ ਅਪਘਟਿਤ ਕਰਦੇ ਨੇ। ਅਪਘਟਨ ਦਾ ਮਤਲਬ ਹੁੰਦਾ ਆ ਡੀਕੰਪੋਜੀਸ਼ਨ। ਉਹਨਾਂ ਨੂੰ ਡੀਕੰਪੋਜ਼ ਕਰਕੇ ਸਰਲ ਪਦਾਰਥਾਂ ਵਿੱਚ ਬਦਲ ਦਿੰਦੇ ਆ, ਜਿਸ ਕਾਰਨ ਬਦਬੂ ਜਿਹੜੀ ਆ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਜਿਹੜੇ ਸਾਡੇ ਸੂਖਮ ਜੀਵ ਆ, ਉਹ ਵਾਤਾਵਰਣ ਦੀ ਸਫਾਈ ਕਰਦੇ ਹਨ। ਅਸੀਂ ਚਰਚਾ ਕਰ ਰਹੇ ਸੀ ਸੂਖਮ ਜੀਵਾਂ ਨਾਲ ਹੋਣ ਵਾਲੀਆਂ ਹਾਨੀਆਂ ਅਤੇ ਸੂਖਮ ਜੀਵਾਂ ਨਾਲ ਹੋਣ ਵਾਲੇ ਲਾਭ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ। ਹੁਣ ਅਸੀਂ ਕਰਾਂਗੇ ਸੂਖਮ ਜੀਵਾਂ ਦੁਆਰਾ ਹੋਣ ਵਾਲੀਆਂ ਹਾਨੀਆਂ ਬਾਰੇ। ਹੁਣ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਹਾਂ ਕਿ ਸੂਖਮ ਜੀਵ ਜਿਹੜੇ ਆ, ਉਹ ਪਾਣੀ ਦੇ ਰਾਹੀਂ, ਹਵਾ ਦੇ ਰਾਹੀਂ, ਭੋਜਨ ਦੇ ਰਾਹੀਂ ਜਾਂ ਫਿਰ ਸਿੱਧਾ ਸੰਪਰਕ ਵਿੱਚ ਆਉਣ ਦੇ ਨਾਲ ਸਾਡੇ ਸਰੀਰ ਵਿੱਚ ਦਾਖਲ ਹੋ ਸਕਦੇ ਆ। ਇਹ ਮਨੁੱਖਾਂ ਵਿੱਚ ਵੀ ਰੋਗ ਲਗਾ ਸਕਦੇ ਆ, ਜੰਤੂਆਂ ਵਿੱਚ ਵੀ ਅਤੇ ਪੌਦਿਆਂ ਦੇ ਵਿੱਚ ਵੀ। ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਨੁੱਖਾਂ ਵਿੱਚ ਰੋਗ ਫੈਲਾਉਣ ਵਾਲੇ ਸੂਖਮ ਜੀਵ। ਮਨੁੱਖਾਂ ਵਿੱਚ ਰੋਗ ਫੈਲਾਉਣ ਵਾਲੇ ਸੂਖਮ ਜੀਵਾਂ ਨੂੰ ਕਹਿੰਦੇ ਆ ਰੋਗਜਨਕ, ਜਾਂ ਫਿਰ ਕਹਿੰਦੇ ਆ ਪੈਥੋਜਨਸ। The bacteria which causes diseases in human that are called pathogens। ਜਿਹੜੇ ਸੂਖਮ ਜੀਵ ਮਨੁੱਖ ਵਿੱਚ ਬਿਮਾਰੀਆਂ ਦਾ ਕਾਰਨ ਬਣਦੇ ਆ, ਉਹਨਾਂ ਨੂੰ ਕਹਿੰਦੇ ਆ ਰੋਗਜਨਕ ਜਾਂ ਫਿਰ ਪੈਥੋਜਨਸ।
ਅੱਗੇ ਗੱਲ ਕਰਨੀ ਆ ਸੀ ਲਾਗ ਦੇ ਰੋਗ ਜਿਹੜੇ ਸੂਖਮ ਜੀਵਾਂ ਦੇ ਕਾਰਨ ਹੀ ਹੁੰਦੇ ਆ। ਪਹਿਲਾਂ ਲਾਗ ਦੇ ਰੋਗ ਹੁੰਦੇ ਕੀ ਆ ਇਹਦੇ ਬਾਰੇ ਚਰਚਾ ਕਰ ਲੈਂਦੇ ਆ। ਜਦੋਂ ਕੋਈ ਰੋਗ ਕਿਸੇ ਰੋਗੀ ਵਿਅਕਤੀ ਤੋਂ ਤੰਦਰੁਸਤ ਵਿਅਕਤੀ ਤੱਕ ਪਾਣੀ, ਹਵਾ, ਭੋਜਨ ਜਾਂ ਫਿਰ ਸੰਪਰਕ ਵਿੱਚ ਆਉਣ ਤੇ ਫੈਲ ਜਾਵੇ ਉਸ ਨੂੰ ਕਹਿੰਦੇ ਅਸੀਂ ਲਾਗ ਦੇ ਰੋਗ। The disease which spread from infected person to healthy person by mean of air, food, water or by direct contact, that is called communicable disease। ਕਰੋਨਾ ਦੀ ਗੱਲ ਕਰ ਲੈਣੇ, ਇਹ ਵੀ ਇੱਕ communicable disease ਆ। ਇਹ ਵੀ ਇੱਕ ਦੂਸਰੇ ਦੇ ਨਾਲ ਸੰਪਰਕ ਵਿੱਚ ਆਉਣ ਤੇ ਫੈਲ ਸਕਦੀ ਆ। ਇਸ ਕਰਕੇ ਸਾਨੂੰ ਕਹਿੰਦੇ ਆ ਕਿ ਆਪਣੇ ਨੱਕ ਨੂੰ ਢੱਕ ਕੇ ਰੱਖੋ ਅਤੇ ਬਾਰ-ਬਾਰ ਹੱਥ ਧੋਵੋ ਤਾਂ ਕਿ ਜਿੰਨੇ ਵੀ ਕਰੋਨਾ ਵਾਇਰਸ ਆ ਜਿਹੜੇ ਸੂਖਮ ਜੀਵ ਆ ਕਰੋਨਾ ਵਾਇਰਸ ਦੇ ਉਹ ਕੀ ਹੋ ਜਾਣ, ਸਾਫ਼ ਹੋ ਜਾਣ ਸਾਡੇ ਹੱਥਾਂ ਤੋਂ, ਜਾਂ ਕਿਸੇ ਹੋਰ ਨੂੰ ਫੈਲ ਨਾ ਜਾਵੇ ਜਾਂ ਕਿਸੇ ਹੋਰ ਤੋਂ ਸਾਨੂੰ ਨਾ ਮਿਲ ਜਾਵੇ ਕਰੋਨਾ। ਇਸ ਗੱਲ ਦਾ ਤੁਸੀਂ ਹਮੇਸ਼ਾ ਧਿਆਨ ਰੱਖਣਾ ਕਿ ਆਪਣਾ ਨੱਕ, ਮੂੰਹ, ਜਦੋਂ ਆਪਣੇ ਬਾਰ-ਬਾਰ ਅੱਖਾਂ ਨੂੰ ਹੱਥ ਨਹੀਂ ਲਾਉਣਾ ਬਗੈਰ ਮਤਲਬ ਤੋਂ, ਤੇ ਹੈਂਡਸ਼ੇਕ ਨਾ ਕਰੋ। ਜਿਹੜਾ ਸਮਾਂ ਚੱਲ ਰਿਹਾ ਤੇ ਕਰੋਨਾ ਦੀ ਜਿੰਨੀ ਵੀ ਗਾਈਡਲਾਈਨਸ ਆ ਸਰਕਾਰ ਦੀਆਂ ਉਹਨੂੰ ਇਨ ਬਿਨ ਪਾਲਣਾ ਕਰੋ। ਅੱਗੇ ਗੱਲ ਕਰਨੀ ਆ ਅਸੀਂ ਘਰੇਲੂ ਮੱਖੀ ਦੀ। ਘਰੇਲੂ ਮੱਖੀ ਇਹ ਹੈਗੀ ਇੱਕ ਪਬਲਿਕ ਐਨਮੀ ਨੰਬਰ 1। ਇਹ ਐਨਮੀ ਨੰਬਰ 1 ਆ ਪਬਲਿਕ ਦੀ, ਲੋਕਾਂ ਦੀ ਐਨਮੀ ਨੰਬਰ 1 ਆ। ਕਿਉਂਕਿ ਜਿਹੜੀ ਘਰੇਲੂ ਮੱਖੀ ਹੁੰਦੀ ਹੈ, ਜਿਹੜੇ ਘਰ ਵਿੱਚ ਆਮ ਮੱਖੀ ਮਿਲਦੀ ਆ, ਉਹ ਕਈ ਗੰਦੀਆਂ ਜਗ੍ਹਾ 'ਤੇ ਬੈਠਦੀ ਆ। ਉਹਦੇ ਰਾਹੀਂ ਕਈ ਉਹਦੇ ਪੈਰਾਂ ਦੇ ਨਾਲ ਸੂਖਮ ਜੀਵ ਵੀ ਲੱਗ ਜਾਂਦੇ ਆ। ਉਹ ਜਦੋਂ ਸਾਡੇ ਖਾਣੇ 'ਤੇ ਉੱਪਰ ਆਣ ਕੇ ਬੈਠਦੀ ਆ ਅਤੇ ਉਹ ਜਿਹੜੇ ਸੂਖਮ ਜੀਵ ਉਹਦੇ ਲੱਤਾਂ ਪੈਰਾਂ ਦੇ ਨਾਲ ਲੱਗੇ ਹੁੰਦੇ ਆ ਉਹ ਸਾਡੇ ਖਾਣੇ 'ਤੇ ਵੀ ਆ ਜਾਂਦੇ ਆ। ਇੱਦਾਂ ਸਾਡਾ ਜਿਹੜਾ ਖਾਣਾ ਇਨਫੈਕਟਡ ਜਾਂ ਦੂਸ਼ਿਤ ਹੋ ਜਾਂਦਾ। ਜਦੋਂ ਵੀ ਕੋਈ ਉਹਨੂੰ ਮਨੁੱਖ ਕੰਜ਼ਿਊਮ ਕਰਦਾ ਜਾਂ ਉਹਨੂੰ ਖਾਂਦਾ ਹੈ ਉਹਨੂੰ ਕੀ ਹੋਊਗਾ, ਬਿਮਾਰੀਆਂ ਲੱਗੂਗੀਆਂ। ਇਸ ਕਰਕੇ ਜਿੰਨੇ ਵੀ ਸਾਡੇ ਖਾਣਾ ਹੁੰਦਾ ਆ ਉਹਨੂੰ ਹਮੇਸ਼ਾ ਢੱਕ ਕੇ ਰੱਖੋ। ਅਗਲੀ ਗੱਲ ਹੈਗੀ ਆ ਸਾਡੀ ਮਾਦਾ ਐਨਫਲਾਈਜ਼ ਮੱਛਰ ਜਿਹੜੇ ਹੁੰਦੇ ਆ ਪਬਲਿਕ ਐਨਮੀ ਨੰਬਰ 2 ਹੁੰਦੇ ਆ। ਪਹਿਲੇ ਤੇ ਅਸੀਂ ਘਰੇਲੂ ਮੱਖੀ ਕੀਤੀ ਆ, ਅਗਲੀ ਪਬਲਿਕ ਐਨਮੀ ਨੰਬਰ 2 ਦੁਸ਼ਮਣ ਕਿਹੜੀ ਹੁੰਦੀ ਹੈ, ਮਾਦਾ ਐਨਫਲਾਈਜ਼ ਮੱਛਰ। ਇਹ ਕੀ ਹੈ, ਇੱਕ ਮਲੇਰੀਆ ਦਾ ਇੱਕ ਮੁੱਖ ਜਿਹੜਾ ਆ, ਮੁੱਖ ਇਹਦੇ ਕਰਕੇ ਮਲੇਰੀਆ ਜਿਹੜਾ ਫੈਲਦਾ ਹੈ, ਮੁੱਖ ਇਹਦੇ ਕਰਕੇ ਫੈਲਦਾ ਮਾਦਾ ਐਨਫਲਾਈਜ਼ ਮੱਛਰ। ਫੀਮੇਲ ਐਨੋਫਿਲਸ ਮੋਸਕੀਟੋ ਡੈਟ ਇਜ਼ ਅ ਕਾਜ਼ ਆਫ ਮਲੇਰੀਆ। ਇੱਕ ਹੁੰਦਾ ਐਡਸ ਫੀਮੇਲ ਐਡਸ ਮੱਛਰ, ਉਹਦੇ ਕਰਕੇ ਹੁੰਦਾ ਫੈਲਦਾ ਸਾਡੇ ਡੇਂਗੂ। ਇਸ ਕਰਕੇ ਮੱਛਰਾਂ ਤੋਂ ਹਮੇਸ਼ਾ ਆਪਣੇ ਆਪ ਨੂੰ ਬਚਾ ਕੇ ਰੱਖਣਾ ਤਾਂ ਕਿ ਮਲੇਰੀਆ ਅਤੇ ਡੇਂਗੂ ਨਾਲ ਅਸੀਂ ਪ੍ਰਭਾਵਿਤ ਨਾ ਹੋ ਸਕੀਏ। ਹੁਣ ਇਹ ਤਾਂ ਗੱਲ ਕੀਤੀ ਅਸੀਂ ਮਨੁੱਖ ਵਿੱਚ ਰੋਗ ਫੈਲਾਉਣ ਵਾਲੇ ਸੂਖਮ ਜੀਵ। ਅੱਛਾ, ਜਦੋਂ ਮਨੁੱਖ ਵਿੱਚ ਦਾਖਲ ਹੁੰਦੇ ਆ ਸੂਖਮ ਜੀਵ ਤਾਂ ਕਈ ਸਾਰੀਆਂ ਬਿਮਾਰੀਆਂ ਲੱਗਦੀਆਂ ਮਨੁੱਖ ਨੂੰ, ਜਿਵੇਂ ਕਿ ਆਮ ਜ਼ੁਕਾਮ, ਕਫ, ਕੋਲਡ, ਖਾਂਸੀ ਹੋ ਸਕਦੀ ਹੈ, ਹੋਰ ਅੱਗੇ ਹੈਜ਼ਾ ਹੋ ਸਕਦਾ ਹੈ, ਹੋਰ ਅੱਗੇ ਟੀਬੀ ਹੋ ਸਕਦੀ ਹੈ। ਟੀਬੀ ਵੀ ਇੱਕ ਮੁੱਖ ਸੂਖਮ ਜੀਵ ਦੇ ਕਾਰਨ ਹੀ ਆ। ਟਿਊਬਰਕਲੋਸਿਸ ਜਿਹਨੂੰ ਕਹਿ ਦਿੰਦੇ ਹਾਂ ਅਸੀਂ, ਇਹ ਵੀ ਸੂਖਮ ਜੀਵਾਂ ਦੇ ਹਮਲੇ ਦੇ ਕਾਰਨ ਹੀ ਹੁੰਦੀ ਹੈ। ਅੱਗੇ ਅਸੀਂ ਗੱਲ ਕਰਨੀ ਆ ਜੰਤੂਆਂ ਵਿੱਚ ਰੋਗ ਫੈਲਾਉਣ ਵਾਲੇ ਸੂਖਮ ਜੀਵ। ਇਹ ਮਨੁੱਖ ਵਿੱਚ ਹੀ ਨਹੀਂ, ਇਹ ਜੰਤੂਆਂ ਵਿੱਚ ਵੀ ਰੋਗ ਫੈਲਾਉਣ ਦੇ ਇੱਕ ਮੁੱਖ ਵਾਹਕ ਹਨ ਸੂਖਮ ਜੀਵ। ਇਹ ਪਸ਼ੂਆਂ ਦੇ ਵਿੱਚ ਇੱਕ ਰੋਗ ਪਾਇਆ ਜਾਂਦਾ ਜਿਹਨੂੰ ਕਹਿੰਦੇ ਅਸੀਂ ਐਂਥਰੈਕਸ। ਉਹ ਹੁੰਦਾ ਐਂਥ੍ਰੈਸਿਸ ਬੈਸੀਲਸ ਨਾਮ ਦੇ ਬੈਕਟੀਰੀਆ ਤੋਂ। ਜਦੋਂ ਉਹਨਾਂ ਦੇ ਸਰੀਰ ਦੇ ਅੰਦਰ ਦਾਖਲ ਹੋ ਜਾਂਦਾ ਆ ਤੇ ਉਹਨਾਂ ਨੂੰ ਮੂੰਹ ਖੁਰ ਦੀ ਬਿਮਾਰੀ ਲੱਗਦੀ ਆ। ਉਹਨਾਂ ਦਾ ਮੂੰਹ ਤੇ ਖੁਰ ਜਿਹੜੇ ਆ ਉਹਨਾਂ ਦੇ ਖਰਾਬ ਹੋਣ ਲੱਗ ਪੈਂਦੇ ਆ, ਜਿਸ ਕਾਰਨ ਉਹਨਾਂ ਦੀ ਮੌਤ ਵੀ ਹੋ ਸਕਦੀ ਆ। ਇਹਨੂੰ ਕਹਿੰਦੇ ਆ ਐਂਥ੍ਰੈਕਸ ਬਿਮਾਰੀ। ਇੱਕ ਇਹਦੇ ਨਾਲ ਫੈਲਦੀ ਹੈ ਐਂਥ੍ਰੈਸਿਸ ਬੈਸੀਲਸ। ਸਭ ਤੋਂ ਪਹਿਲਾਂ ਇਸ ਬਿਮਾਰੀ ਦੀ ਖੋਜ ਕੀਤੀ ਸੀਗੀ ਰੋਬਰਟ ਕੋਚ ਨੇ 1876 ਈਸਵੀ ਵਿੱਚ। ਠੀਕ ਹੈ, ਅੱਗੇ ਗੱਲ ਕਰਦੇ ਹਾਂ ਪੌਦਿਆਂ ਵਿੱਚ ਰੋਗ ਫੈਲਾਉਣ ਵਾਲੇ ਸੂਖਮ ਜੀਵ।
ਇਹ ਮਨੁੱਖ ਅਤੇ ਜੰਤੂਆਂ ਦੇ ਨਾਲ ਪੌਦਿਆਂ ਵਿੱਚ ਵੀ ਕਈ ਸਾਰੇ ਰੋਗਾਂ ਦਾ ਕਾਰਨ ਹੁੰਦਾ ਹੈ, ਜਿਵੇਂ ਕਿ ਸਿਟਰਸ ਕੈਂਕਰ, ਇਹ ਨਿੰਬੂ ਦੀ ਆਮ ਬਿਮਾਰੀ ਆ। ਸੰਤਰੇ ਨਿੰਬੂ ਦੀ ਆਮ ਬਿਮਾਰੀ ਹੈ, ਜਿਹਨੂੰ ਕਹਿੰਦੇ ਅਸੀਂ ਸਿਟਰਸ ਕੈਂਕਰ। ਦੂਸਰੀ ਬਿਮਾਰੀ ਆ ਕਣਕ ਦੀ ਘੁੰਗੀ। ਇਹ ਕਣਕ ਨੂੰ ਜਦੋਂ ਕਦੀ ਉੱਲੀ ਲੱਗ ਜਾਂਦੀ ਹੈ, ਉਹਨੂੰ ਕਹਿੰਦੇ ਅਸੀਂ ਕਣਕ ਦੀ ਘੁੰਗੀ। ਹੋਰ ਜਿਹੜੀਆਂ ਬਿਮਾਰੀਆਂ ਤੁਸੀਂ ਆਪਣੀਆਂ ਬੁੱਕਸ ਤੋਂ ਦੇਖ ਲੈਣੀਆਂ, ਮਨੁੱਖ ਵਿੱਚ ਵੀ ਅਤੇ ਪੌਦਿਆਂ ਵਿੱਚ ਵੀ। ਇਸ 'ਤੇ ਮੈਂ ਸਾਰੇ 'ਤੇ ਉਹ ਬਿਮਾਰੀਆਂ ਲਿਖ ਨਹੀਂ ਸਕਦਾ ਹੈਗਾ, ਤੁਸੀਂ ਆਪਣੀ ਕਿਤਾਬ ਤੋਂ ਇਹ ਵਾਲੀਆਂ ਬਿਮਾਰੀਆਂ ਦੇ ਨਾਮ ਦੇਖ ਲੈਣੇ ਆ। ਓਕੇ, ਹੁਣ ਸਾਡਾ ਅਗਲਾ ਟੌਪਿਕ ਹੈ ਭੋਜਨ ਦਾ ਵਿਸ਼ੈਲਾਪਣ, ਵਿਚ ਇਜ਼ ਕਾਲਡ ਫੂਡ ਪੋਇਜ਼ਨਿੰਗ। ਜਦੋਂ ਭੋਜਨ ਕਈ ਸਾਰੇ ਸੂਖਮ ਜੀਵਾਂ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਹ ਖਾਣਯੋਗ ਨਹੀਂ ਰਹਿੰਦਾ, ਅਤੇ ਜੋ ਮਨੁੱਖ ਜਾਂ ਕੋਈ ਵੀ ਜੰਤੂ ਇਹਨੂੰ ਕੰਜ਼ਿਊਮ ਕਰਦਾ ਹੈ ਤਾਂ ਉਸ ਨੂੰ ਕਈ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਹ ਅਸੀਂ ਪਹਿਲਾਂ ਚਰਚਾ ਕਰ ਚੁੱਕੇ ਹਾਂ। ਇਸ ਕਰਕੇ ਭੋਜਨ ਦੀ ਸੁਰੱਖਿਆ ਬਹੁਤ ਹੀ ਜ਼ਰੂਰੀ ਹੈ। ਹੁਣ ਭੋਜਨ ਦੀ ਸੁਰੱਖਿਆ, ਫੂਡ ਪ੍ਰੀਜ਼ਰਵੇਸ਼ਨ, ਇਹ ਬਹੁਤ ਹੀ ਜ਼ਰੂਰੀ ਹੈ। ਇਸ ਨੂੰ ਕਿਸ ਤਰ੍ਹਾਂ ਅਸੀਂ ਭੋਜਨ ਨੂੰ ਸੁਰੱਖਿਅਤ ਕਰ ਸਕਦੇ ਹਾਂ, ਉਹ ਪੁਆਇੰਟ ਅਸੀਂ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ। ਹੁਣ ਭੋਜਨ ਨੂੰ ਅਸੀਂ ਕਿਸ ਤਰ੍ਹਾਂ ਸੁਰੱਖਿਅਤ ਰੱਖਦੇ ਹਾਂ? ਪਹਿਲਾ ਢੰਗ ਹੈ ਸਾਡਾ ਰਸਾਇਣਿਕ ਢੰਗ ਨਾਲ, ਬਾਏ ਐਡਿੰਗ ਕੈਮੀਕਲਸ। ਇਸ ਤਰ੍ਹਾਂ ਦੇ ਬਹੁਤ ਸਾਰੇ ਕੈਮੀਕਲਸ ਹੁੰਦੇ ਹਨ ਜਿਨ੍ਹਾਂ 'ਤੇ ਸੂਖਮ ਜੀਵ ਨਹੀਂ ਅਸਰ ਕਰ ਸਕਦੇ। ਇਸ ਤਰ੍ਹਾਂ ਦੇ ਕੈਮੀਕਲਸ ਨੂੰ ਜਾਂ ਫਿਰ ਰਸਾਇਣਸ ਨੂੰ ਅਸੀਂ ਆਪਣੇ ਭੋਜਨ 'ਤੇ ਲਗਾ ਦਿੰਦੇ ਹਾਂ, ਅਤੇ ਜਿਸ ਕਾਰਨ ਸੂਖਮ ਜੀਵਾਂ 'ਤੇ ਦਾ ਉਹਨਾਂ 'ਤੇ ਅਸਰ ਜਿਹੜਾ ਆ ਖਤਮ ਹੋ ਜਾਂਦਾ। ਉਸ ਵਿੱਚੋਂ ਰਸਾਇਣ ਆਉਂਦਾ ਸਭ ਤੋਂ ਪਹਿਲਾਂ ਨਮਕ, ਤੇਲ, ਸੋਡੀਅਮ ਬੈਂਜ਼ੋਏਟ, ਸੋਡੀਅਮ ਮੈਟਾ ਬਾਈਸਲਫੇਟ। ਇਹ ਜਿਹੜੇ ਦੋ ਆ, ਇਹ ਜਿੰਨੇ ਵੀ ਸਾਡੇ ਜੈਮ, ਸਕੁਐਸ਼, ਜੈਲੀਆਂ, ਇਹਨਾਂ ਨੂੰ ਪ੍ਰਿਜ਼ਰਵ ਕਰਦੀਆਂ। ਪ੍ਰਿਜ਼ਰਵ ਦਾ ਮਤਲਬ ਕੀ ਆ? ਇਹਨਾਂ 'ਤੇ ਸੂਖਮ ਜੀਵਾਂ ਦੇ ਅਸਰ ਨੂੰ ਖਤਮ ਕਰ ਦਿੰਦੇ। ਨਮਕ, ਤੇਲ, ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਤੁਹਾਡੇ ਦਾਦੀ ਜੀ ਜਦੋਂ ਅਚਾਰ ਬਣਾਉਂਦੇ ਆ ਉਹਦੇ ਵਿੱਚ ਨਮਕ ਵੀ ਪਾਉਂਦੇ ਆ ਅਤੇ ਤੇਲ ਵੀ ਪਾਉਂਦੇ ਆ। ਉਸ ਨਾਲ ਕੀ ਹੁੰਦਾ ਆ, ਜਿਹੜਾ ਸੂਖਮ ਜੀਵਾਂ ਦਾ ਅਸਰ ਜਿਹੜਾ ਆ ਉਹ ਖਤਮ ਹੋ ਜਾਂਦਾ। ਕਦੀ ਕਦੀ ਤੁਸੀਂ ਦੇਖਿਆ ਵੀ ਹੋਣਾ ਆ, ਜਦੋਂ ਤੁਸੀਂ ਬਾਜ਼ਾਰ ਵਿੱਚੋਂ ਕੋਈ ਫਰੂਟ ਲੈ ਕੇ ਆਉਂਦੇ ਆ, ਮੰਨ ਲਓ ਕਿ ਅੰਬ ਲੈ ਕੇ ਆਏ ਤੁਸੀਂ, ਉਹ ਕੀ ਹੋ ਗਿਆ, ਜਦੋਂ ਤੁਸੀਂ 4-5 ਦਿਨ ਰੱਖੇ ਉਹਦੇ ਵਿੱਚ ਸਮੈਲ ਆਉਣ ਲੱਗ ਪੈਂਦੀ ਆ, ਉਹ ਖਾਣਯੋਗ ਨਹੀਂ ਰਹਿੰਦੇ। ਪਰ ਜਿਹੜਾ ਤੁਹਾਡੇ ਦਾਦੀ ਜੀ ਜਾਂ ਮੰਮੀ ਨੇ ਅਚਾਰ ਪਾਇਆ ਹੁੰਦਾ ਆ, ਉਹ ਬੜੇ ਲੰਬੇ ਸਮੇਂ ਤੱਕ ਰਹਿ ਸਕਦਾ ਆ, ਕਿਉਂਕਿ ਉਹਦੇ ਵਿੱਚ ਅਸੀਂ ਕਈ ਸਾਰੇ ਰਸਾਇਣਿਕ ਪਾਏ ਹੁੰਦੇ ਹਨ। ਇਸ ਕਰਕੇ ਉਹ ਲੰਬੇ ਸਮੇਂ ਤੱਕ ਅਚਾਰ ਜਿਹੜਾ ਸੁਰੱਖਿਅਤ ਰਹਿੰਦਾ ਹੈ। ਠੀਕ ਹੈ, ਸਾਡਾ ਅਗਲਾ ਹੈ, ਕਿਹੜਾ ਢੰਗ ਹੈ ਅਗਲਾ? ਨਮਕ ਲਗਾ ਕੇ ਅਸੀਂ ਭੋਜਨ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਪੁਰਾਣੇ ਸਮੇਂ ਵਿੱਚ ਲੋਕ ਕੀ ਕਰਦੇ ਸੀ, ਮੱਛੀ ਜਾਂ ਮੀਟ ਨੂੰ ਬਚਾ ਕੇ ਰੱਖਣ ਲਈ ਉਸ ਉੱਪਰ ਨਮਕ ਲਗਾ ਦਿੰਦੇ ਸੀਗੇ। ਉਹ ਕੀ ਕਰਦਾ ਸੀ, ਸੂਖਮ ਜੀਵਾਂ ਦੇ ਅਸਰ ਨੂੰ ਖਤਮ ਕਰ ਦਿੰਦਾ ਸੀ ਨਮਕ। ਅੰਬ, ਇਮਲੀ ਅਤੇ ਆਵਲੇ ਨੂੰ ਜਦੋਂ ਬਚਾ ਕੇ ਰੱਖਣਾ, ਉਸ ਉੱਪਰ ਵੀ ਅਸੀਂ ਨਮਕ ਲਗਾ ਸਕਦੇ ਹਾਂ, ਜਿਹਦੇ ਕਰਕੇ ਉਹ ਸੂਖਮ ਜੀਵਾਂ ਦਾ ਅਸਰ ਉਹਨਾਂ 'ਤੇ ਕੀ ਹੋ ਜਾਂਦਾ ਸੀ, ਖਤਮ। ਅਗਲਾ ਹੈਗਾ ਸਾਡੀ ਚੀਨੀ ਦੀ ਵਰਤੋਂ ਕਰਕੇ। ਜਿੰਨੀਆਂ ਵੀ ਸਾਡੀਆਂ ਜੈਮ, ਸਕੁਐਸ਼ ਅਤੇ ਜੈਲੀਆਂ ਹੁੰਦੀਆਂ ਹਨ, ਉਹਦੇ ਵਿੱਚ ਚੀਨੀ ਹੁੰਦੀ ਹੈ। ਜਦੋਂ ਚੀਨੀ ਦੇ ਮਾਧਿਅਮ ਵਿੱਚ ਸੂਖਮ ਜੀਵ ਜਿਹੜੇ ਆ ਜੈਮ, ਸਕੁਐਸ਼ ਅਤੇ ਜੈਲੀਆਂ 'ਤੇ ਕੋਈ ਅਸਰ ਨਹੀਂ ਕਰ ਸਕਦੇ, ਉਹਨਾਂ ਨੂੰ ਖਰਾਬ ਨਹੀਂ ਕਰ ਸਕਦੇ। ਇਸ ਕਰਕੇ ਚੀਨੀ ਦੀ ਵਰਤੋਂ ਵੀ ਕਰ ਸਕਦੇ ਹਾਂ ਅਸੀਂ ਸੂਖਮ ਜੀਵਾਂ ਨੂੰ ਰੋਕਣੇ ਤੋਂ। ਅਗਲਾ ਢੰਗ ਹੈ ਤੇਲ ਅਤੇ ਸਿਰਕਾ। ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਤੇਲ ਪਾ ਕੇ, ਜਦੋਂ ਅਚਾਰ ਵਿੱਚ ਤੇਲ ਪਾ ਦਿੰਦੇ ਹਾਂ, ਸੂਖਮ ਜੀਵਾਂ ਦਾ ਹਮਲਾ ਜਿਹੜਾ ਖਤਮ ਹੋ ਜਾਂਦਾ। ਨਿੰਬੂ ਦਾ ਅਚਾਰ ਜਾਂ ਅੰਬ ਦਾ ਅਚਾਰ ਨੂੰ ਬਚਾਉਣ ਲਈ ਉਹਦੇ ਵਿੱਚ ਤੇਲ ਜਾਂ ਸਿਰਕਾ ਪਾ ਦਿੰਦੇ ਹਾਂ। ਉਹਦੇ ਨਾਲ ਜਿਹੜਾ ਅਚਾਰ ਜਿਹੜਾ ਅਸੀਂ ਲੰਬੇ ਸਮੇਂ ਤੱਕ ਬਚਾ ਕੇ ਰੱਖ ਸਕਦੇ ਹਾਂ। ਅਗਲਾ ਹੈਗਾ ਸਾਡਾ ਤਾਪ ਅਤੇ ਠੰਡਕ। ਤੁਸੀਂ ਘਰ ਵਿੱਚ ਦੇਖਿਆ ਹੋਣਾ, ਜਦੋਂ ਦੋਜੀ ਸਾਨੂੰ ਦੁੱਧ ਪਾ ਕੇ ਜਾਂਦਾ ਆ, ਜਦੋਂ ਅਸੀਂ ਦੁੱਧ ਚੋ ਕੇ ਰੱਖਦੇ ਹਾਂ, ਉਸ ਨੂੰ ਸਭ ਤੋਂ ਪਹਿਲਾਂ ਉਬਾਲਦੇ ਹਾਂ। ਉਸ ਨੂੰ ਉਬਾਲਣੇ ਦਾ ਕਾਰਨ ਇਹ ਹੁੰਦਾ ਹੈ ਕਿ ਜਿੰਨੇ ਵੀ ਉਹਦੇ ਵਿੱਚ ਸੂਖਮ ਜੀਵ ਹੁੰਦੇ ਹਨ ਉਹ ਕੀ ਹੋ ਜਾਂਦੇ ਆ, ਖਤਮ। ਉਬਾਲਣੇ ਦੇ ਨਾਲ ਜਿਹੜੇ ਸੂਖਮ ਜੀਵ ਖਤਮ ਹੋ ਜਾਂਦੇ ਹਨ, ਜਾਂ ਗਰਮੀ ਜਦੋਂ ਉਹਨਾਂ ਨੂੰ ਮਿਲਦੀ ਹੈ, ਦੁੱਧ ਨੂੰ ਮਿਲਦੀ ਆ, ਤੇ ਉਹ ਕੀ ਹੋ ਜਾਂਦੇ ਆ, ਖਤਮ। ਹੁਣ ਕਈ ਸਾਰੇ ਭੋਜਨ ਪਦਾਰਥਾਂ ਨੂੰ, ਜਿਵੇਂ ਹੋ ਗਿਆ ਫਲ, ਬਹੁਤ ਸਾਰੀਆਂ ਸਬਜ਼ੀਆਂ, ਅਸੀਂ ਉਹਨੂੰ ਰੱਖਦੇ ਹਾਂ ਫਰੀਜ਼ ਦੇ ਵਿੱਚ।
फ्रिज विच रखने का यह कारण हुंदा आ कि सूखम जीवां का हमला जिहड़ा खत्म हो जाता। इस करके ठंडक अते ताप अते ठंडक का उपयोग असी सूखम जीवां तो भोजन नूं बचाउण लई कर सकते हाँ। अगे गल करनी है असी पास्चरीकरण की। हुण असी गल कीती सीगी कि दुੱਧ जिद्दां ही आउंदा साडे घर विच असी उहनूं उबालदे हां। जिहड़ा पर पास्चरीकृत दुੱਧ हुंदा है उहनूं असी डायरैक्टली वरत सकते हाँ। पास्चरीकरण दुੱਧ वो हुंदा है, दुੱਧ नूं पहलां 70 डिग्री सैल्सीਅस ते उबालदे हां, उसनूं फिर बाद विच ठंडा करदे हां। ठंडा करन तो बाद उस विच जिन्ने भी सूखम जीव आ वो खत्म हो जाते हैं। इस पूरी प्रक्रिया नूं कहने आ पास्चरीकरण या फिर पैस्चराइजेशन। इसकी सब तो पहला खोज की सी लुइस पास्चर ने, इस करके इसनूं नाम दिता सी पास्चरीकरण। ओके, साडे लास्ट दे 2 टॉपिक रह गए हैं, नाइट्रोजन स्थिरकरण अते नाइट्रोजन चक्कर। इस बारे असी पहला भी थोड़ा जिहा पढ़िया है, नाइट्रोजन स्थिरकरण या नाइट्रोजन फिक्सेशन बारे। असी पढ़िया सी कि पौधे सीधे तौर पर जिहड़ी वायुमंडली जिहड़ी नाइट्रोजन नहीं लै सकते। नाइट्रोजन पौधों नूं प्रोटीन संश्लेषण के काम आउंदी है, जिहड़ी पौधों के वाधे विच हुंदी है। वो जिहड़ी नाइट्रोजन आ वो वातावरण विचों पौधे सीधी तौर पर नहीं लै सकते। कई पौधों के अंदर राइजोबियम जीवाणु या नीली हरी काई वर्गे जीवाणु हुंदे हन। वो जीवाणु वातावरण विचों नाइट्रोजन नूं लाहेवंद पदार्थां विच बदल दिंदी है, लाहेवंद नाइट्रोजीनी पदार्थां विच बदल दिंदी है, नाइट्रोजीनियस कंपाउंड विच बदल दिंदे आ। वो आ जिहड़े जीवाणु हुंदे आ 2 राइजोबियम बैक्टीरिया ते ब्लू ग्रीन एलगी। तो वो जिहड़े लाहेवंद पदार्थ होंदे हैं, नाइट्रोजीनी पदार्थ होंदे हैं, वो पानी के राही पौधे सोख लैंदे हैं। इस तरह वो उहदे विचों नाइट्रोजन का इस्तेमाल करके प्रोटीन का संश्लेषण कर सकते हैं। इसनूं कहंदे हां असीं नाइट्रोजन स्थिरकरण। वायुमंडली नाइट्रोजन नूं लाहेवंद नाइट्रोजीनी पदार्थां विच बदलण दी प्रक्रिया नूं नाइट्रोजन स्थिरकरण कहंदे हैं। The process of conversion of atmospheric nitrogen into useful nitrogenous compounds by rhizobium bacteria and blue-green algae, that process is called nitrogen fixation। हुण अगला साडा टॉपिक है इस तो बाद नाइट्रोजन चक्कर। हुण साडे वायुमंडल विच 78% नाइट्रोजन है। कुछ उहदे विचों कुछ पौधे ले लैंदे हन अपना प्रोटीन संश्लेषित करने नूं। हुण साडी जिहड़ी 78% नाइट्रोजन आ वो वायुमंडल विच 78% ही रहिंदी है, घटदी थोड़ी है वो बड़ी। हुण नाइट्रोजन की वो पूर्ति किद्दां हुंदी है, 78% विचों कुछ तां ले लई पौधिਆਂ ने। हुण वो इदां कातों हुंदा कि 78% की 78% ही रह जांदी है। उस बारे असीं पढ़ना हुण नाइट्रोजन चक्कर दे विच। हुण वायुमंडल विच साडे कोल नाइट्रोजन हुंदी है 78%, 78% साडे कोल नाइट्रोजन हुंदी है। उस तो बाद पौधे ले लैंदे उतों नाइट्रोजन स्थिरकरण द्वारा, नाइट्रोजन उहदे विचों ले लैंदे आ। ते पौधों द्वारा जदों ले लैंदे आ ते पौधों नूं हुण कौन खा सकदा? जंतु खा सकते आ। हुण जदों जंतु वो पौधों नूं खा लैंदे आ ते कुछ समा इदां दा आउंदा कि उस तो बाद जीव जंतु जिहड़े आ मर जांदे आ। जदों कोई जीव जंतु मर जांदा आ ते उस तो बाद उसदी बॉडी दे उपर, उसदे शरीर उपर सूखम जीवां दा हमला हुंदा आ। वो जिहड़े सूखम जीव आ उहदे मरे हुए बॉडी दे विचों जो भी आ पोषक तत्त लै लैंदे आ ते उहदा रहंद खूंद प्लस किहड़ी गैस छड्डदे आ नाल नाइट्रोजन, जिहड़ी उत्थे इत्थे उहने पौधों ने इस्तेमाल कीती सीगी नाइट्रोजन, वो इत्थे आण के रिलीज़ हो गई। वो जिहड़ी रिलीज़ होके फिर दुबारा कित्थे चल गई? वायुमंडल दे विच। इस बारे फिर एक बार चर्चा कर लैंदे आ। साडे को वायुमंडल विच जिहड़ी नाइट्रोजन आ वो हमेशा स्थिर रहिंदी है। स्थिर कितनी रहिंदी है? 78%। 78% दे विचों
ਹੁਣ ਉਹ 78% ਰਹਿੰਦੀ ਹੈ ਤੇ 78% ਕਾਹਤੋਂ ਰਹਿੰਦੀ ਆ? ਉਹ ਹੁੰਦਾ ਨਾਈਟ੍ਰੋਜਨ ਚੱਕਰ ਦੇ ਕਰ। ਹੁਣ ਨਾਈਟ੍ਰੋਜਨ ਚੱਕਰ ਵਿੱਚ ਕੀ ਹੁੰਦਾ? ਪਹਿਲਾਂ ਵਾਯੂਮੰਡਲ ਵਿੱਚੋਂ ਪੌਦੇ ਨਾਈਟ੍ਰੋਜਨ ਲੈਂਦੇ ਹਨ, ਨਾਈਟ੍ਰੋਜਨ ਸਥਿਰਕਰਨ ਹੁੰਦਾ ਪੌਦੇ ਰਾਈਜ਼ੋਬੀਅਮ ਜੀਵਾਣੂਆਂ ਦੇ ਰਾਹੀਂ। ਫਿਰ ਪੌਦਿਆਂ ਨੂੰ ਕੌਣ ਖਾਂਦੇ? ਜੀਵ ਜੰਤੂ। ਜਦੋਂ ਜੀਵ ਜੰਤੂ ਮਰ ਜਾਂਦੇ ਆ ਫਿਰ ਉਹਨਾਂ ਤੇ ਹੁੰਦਾ ਸੂਖਮ ਜੀਵਾਂ ਦਾ ਹਮਲਾ। ਸੂਖਮ ਜੀਵ ਇਹਨਾਂ ਦੇ ਮਰੇ ਹੋਏ ਡੈੱਡ ਬੋਡੀਜ਼ ਤੋਂ ਪੋਸ਼ਕ ਤੱਤ ਲੈ ਕੇ ਉਹਨਾਂ ਨੂੰ ਰਹਿੰਦ ਖੂੰਹਦ ਵਿੱਚ ਬਦਲ ਦਿੰਦੇ ਆ। ਨਾਲ ਕਿਹੜੀ ਗੈਸ ਨਿਕਲ ਜਾਂਦੀ ਆ? ਨਾਈਟ੍ਰੋਜਨ। ਨਾਈਟ੍ਰੋਜਨ ਫਿਰ ਕਿੱਥੇ ਚਲਾ ਜਾਂਦੀ ਆ? ਵਾਯੂਮੰਡਲ ਦੇ ਵਿੱਚ। ਇਸ ਕਰਕੇ ਨਾਈਟ੍ਰੋਜਨ ਹਮੇਸ਼ਾ ਸਥਿਰ ਰਹਿੰਦੀ ਆ, ਸਟੇਬਲ ਰਹਿੰਦੀ ਆ 78%। ਇਹੀ ਸੀ ਸਾਡਾ ਆਖਰੀ ਟੌਪਿਕ। ਹੁਣ ਇਸ ਚੈਪਟਰ ਵਿੱਚ ਅਸੀਂ ਸਭ ਤੋਂ ਪਹਿਲਾਂ ਪੜ੍ਹਿਆ ਸੀਗਾ ਸੂਖਮ ਜੀਵਾਂ ਦੇ ਮੁੱਖ ਵਰਗ। ਸੂਖਮ ਜੀਵਾਂ ਦੇ ਮੁੱਖ ਵਰਗ ਹੁੰਦੇ ਸਨ ਪਹਿਲਾਂ ਜੀਵਾਣੂ, ਬੈਕਟੀਰੀਆ,